फ्रेंड्स, और वीडियोस के लिए हमारे इस चैनल को सब्सक्राइब करें और बेल आइकन को भी जरूर दबाएं। हेलो फ्रेंड्स, वेलकम टू माय यूट्यूब चैनल। फ्रेंड्स, ਅੱਜ ਦੀ ਵੀਡੀਓ ਵਿੱਚ ਅਸੀਂ ਹਿਸਟਰੀ ਦੇ ਇੰਪੋਰਟੈਂਟ ਕੁਐਸਚਨ ਕਰਨ ਵਾਲੇ ਹਾਂ ਜੀ, ਜਿਹੜੇ ਕਿ ਐਸਐਸਟੀ ਦੇ ਮਾਸਟਰ ਕੈਡਰ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੋਣਗੇ, ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ। ਠੀਕ ਹੈ ਜੀ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ ਜੀ। ਪਹਿਲਾ ਜਿਹੜਾ ਕੁਐਸਚਨ ਹੈ ਉਹ ਹੈ 1857 ਈਸਵੀ ਦੇ ਵਿਦਰੋਹ ਦੀ ਅਗਵਾਈ ਬਿਹਾਰ ਵਿੱਚ ਕਿਸ ਨੇ ਕੀਤੀ ਸੀ। ਤਾਂ 1857 ਜਿਹੜਾ ਵਿਦਰੋਹ ਸੀ ਜੀ, ਉਸ ਜਿਹੜੀ ਅਗਵਾਈ ਸੀ ਉਹ ਬਿਹਾਰ ਵਿੱਚ ਕਿਸ ਨੇ ਕੀਤੀ ਸੀ। ਤਾਂ ਏ ਆਪਸ਼ਨ ਹੈ ਜੀ ਖਾਨ ਬਹਾਦਰ ਖਾਨ, ਬੀ ਆਪਸ਼ਨ ਹੈ ਮੰਗਲ ਪਾਂਡੇ, ਸੀ ਆਪਸ਼ਨ ਹੈ ਕੁੰਵਰ ਸਿੰਘ, ਡੀ ਆਪਸ਼ਨ ਹੈ ਤਾਂਤਿਆ ਟੋਪੇ। ਤਾਂ ਕਿਸ ਨੇ ਕੀਤੀ ਸੀ ਜੀ ਬਿਹਾਰ ਵਿੱਚ ਅਗਵਾਈ 1857 ਈਸਵੀ ਦੇ ਵਿਦਰੋਹ ਦੀ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ ਕੁੰਵਰ ਸਿੰਘ ਨੇ। ਠੀਕ ਹੈ ਜੀ, ਬਿਹਾਰ ਵਿੱਚ ਜਿਹੜੀ ਅਗਵਾਈ ਹੈ ਜੀ ਉਹ ਕੁੰਵਰ ਸਿੰਘ ਨੇ ਕੀਤੀ ਸੀ। ਨੈਕਸਟ ਕੁਐਸਚਨ ਹੈ ਜੀ, ਰਾਣੀ ਲక్ష్ਮੀਬਾਈ ਦਾ ਮੂਲ ਨਾਂ ਨਿਮਨਲਿਖਤ ਵਿੱਚੋਂ ਕੀ ਸੀ। ਜਿਹੜੀ ਰਾਣੀ ਲక్ష్ਮੀਬਾਈ ਸੀ ਜੀ, ਉਸਦਾ ਜਿਹੜਾ ਮੂਲ ਨਾਂ ਸੀ ਉਹ ਕਿਹੜਾ ਸੀ, ਕੀ ਸੀ। ਤਾਂ ਏ ਆਪਸ਼ਨ ਹੈ ਜੀ ਜੈਸ਼ਰੀ, ਬੀ ਆਪਸ਼ਨ ਹੈ ਅਹਿਲਿਆ, ਸੀ ਆਪਸ਼ਨ ਹੈ ਮਣੀਕਰਨਿਕਾ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਰਾਣੀ ਲక్ష్ਮੀਬਾਈ ਦਾ ਮੂਲ ਨਾਂ ਕੀ ਸੀ ਜੀ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ ਮਣੀਕਰਨਿਕਾ। ਠੀਕ ਹੈ ਜੀ, ਰਾਣੀ ਲక్ష్ਮੀਬਾਈ ਦਾ ਮੂਲ ਨਾਂ ਮਣੀਕਰਨਿਕਾ ਸੀ। ਨੈਕਸਟ ਕੁਐਸਚਨ ਹੈ ਜੀ, ਬਿਰਸਾ ਮੁੰਡਾ ਦਾ ਕਾਰਜ ਖੇਤਰ ਨਿਮਨਲਿਖਤ ਵਿੱਚੋਂ ਕਿਹੜਾ ਸੀ। ਤਾਂ ਬਿਰਸਾ ਮੁੰਡਾ ਦਾ ਕਾਰਜ ਖੇਤਰ ਇਹਨਾਂ ਵਿੱਚੋਂ ਕਿਹੜਾ ਸੀ ਜੀ। ਤਾਂ ਏ ਆਪਸ਼ਨ ਹੈ ਰਾਂਚੀ, ਬੀ ਆਪਸ਼ਨ ਹੈ ਅਲੀਪੁਰ, ਸੀ ਆਪਸ਼ਨ ਹੈ ਬਲੀਆ, ਡੀ ਆਪਸ਼ਨ ਹੈ ਚੰਪਾਰਨ। ਤਾਂ ਬਿਰਸਾ ਮੁੰਡਾ ਦਾ ਕਾਰਜ ਖੇਤਰ ਕਿਹੜਾ ਸੀ ਜੀ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਏ ਆਪਸ਼ਨ ਰਾਂਚੀ। ਠੀਕ ਹੈ ਜੀ, ਬਿਰਸਾ ਮੁੰਡਾ ਦਾ ਕਾਰਜ ਖੇਤਰ ਰਾਂਚੀ ਸੀ। ਨੈਕਸਟ ਕੁਐਸਚਨ ਹੈ ਜੀ, ਅਖਿਲ ਭਾਰਤੀ ਕਿਸਾਨ ਸਭਾ ਸਭ ਤੋਂ ਪਹਿਲਾਂ ਕਿੱਥੇ ਆਯੋਜਿਤ ਕੀਤੀ ਗਈ ਸੀ। ਤਾਂ ਜਿਹੜੀ ਅਖਿਲ ਭਾਰਤੀ ਕਿਸਾਨ ਸਭਾ ਸੀ ਜੀ, ਸਭ ਤੋਂ ਪਹਿਲਾਂ ਕਿੱਥੇ ਆਯੋਜਿਤ ਕੀਤੀ ਗਈ ਸੀ। ਤਾਂ ਏ ਆਪਸ਼ਨ ਹੈ ਜੀ ਮਦਰਾਸ, ਬੀ ਆਪਸ਼ਨ ਹੈ ਪਟਨਾ, ਸੀ ਆਪਸ਼ਨ ਹੈ ਲਖਨਊ, ਡੀ ਆਪਸ਼ਨ ਹੈ ਕਲਕੱਤਾ। ਤਾਂ ਕਿੱਥੇ ਆਯੋਜਿਤ ਕੀਤੀ ਗਈ ਸੀ ਜੀ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ ਲਖਨਊ ਵਿੱਚ। ਠੀਕ ਹੈ ਜੀ, ਅਖਿਲ ਭਾਰਤੀ ਕਿਸਾਨ ਸਭਾ ਸਭ ਤੋਂ ਪਹਿਲਾਂ ਲਖਨਊ ਵਿੱਚ ਆਯੋਜਿਤ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ ਜੀ, ਮਾਨਵ ਦੇ ਲਈ ਇੱਕ ਧਰਮ, ਇੱਕ ਜਾਤੀ, ਇੱਕ ਈਸ਼ਵਰ, ਇਹ ਨਾਰਾ ਕਿਸ ਨੇ ਦਿੱਤਾ ਸੀ। ਤਾਂ ਕਿਸ ਨੇ ਦਿੱਤਾ ਸੀ ਜੀ। ਤਾਂ ਏ ਆਪਸ਼ਨ ਹੈ ਜੀ ਸ਼੍ਰੀ ਨਾਰਾਇਣ ਗੁਰੂ, ਬੀ ਆਪਸ਼ਨ ਹੈ ਮਹਾਤਮਾ ਗਾਂਧੀ, ਸੀ ਆਪਸ਼ਨ ਹੈ ਰਾਮਾ ਸਵਾਮੀ ਨਾਇਕਰ, ਡੀ ਆਪਸ਼ਨ ਹੈ ਜੋਤੀਬਾ ਫੂਲੇ। ਤਾਂ ਕਿਸ ਨੇ ਦਿੱਤਾ ਸੀ ਜੀ ਇਹ ਨਾਰਾ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ ਸ਼੍ਰੀ ਨਾਰਾਇਣ ਗੁਰੂ। ਠੀਕ ਹੈ ਜੀ, ਇਹ ਜਿਹੜਾ ਨਾਰਾ ਹੈ ਜੀ ਇਹ ਸ਼੍ਰੀ ਨਾਰਾਇਣ ਗੁਰੂ ਨੇ ਦਿੱਤਾ ਸੀ। ਨੈਕਸਟ ਕੁਐਸਚਨ ਹੈ ਜੀ, ਨਿਮਨਲਿਖਤ ਵਿੱਚੋਂ ਕਿਸ ਦੀ ਸਥਾਪਨਾ ਜੋਤੀਬਾ ਫੂਲੇ ਨੇ ਕੀਤੀ ਸੀ। ਤਾਂ ਇਹਨਾਂ ਵਿੱਚੋਂ ਕਿਸ ਦੀ ਸਥਾਪਨਾ ਜਿਹੜੀ ਹੈ ਜੀ ਜੋਤੀਬਾ ਫੂਲੇ ਨੇ ਕੀਤੀ ਸੀ। ਤਾਂ ਏ ਆਪਸ਼ਨ ਹੈ ਦਲਿਤ ਵਰਗ ਮਿਸ਼ਨ ਸਮਾਜ, ਬੀ ਆਪਸ਼ਨ ਹੈ ਬਹੁਜਨ ਸਮਾਜ, ਸੀ ਆਪਸ਼ਨ ਹੈ ਸਤਿਸ਼ੋਧਕ ਸਮਾਜ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਜੋਤੀਬਾ ਫੂਲੇ ਨੇ ਕਿਸ ਦੀ ਸਥਾਪਨਾ ਕੀਤੀ ਸੀ ਜੀ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ ਸਤਿਸ਼ੋਧਕ ਸਮਾਜ ਦੀ। ਠੀਕ ਹੈ, ਜੋਤੀਬਾ ਫੂਲੇ ਨੇ ਸਤਿਸ਼ੋਧਕ ਸਮਾਜ ਦੀ ਸਥਾਪਨਾ ਕੀਤੀ ਸੀ। ਨੈਕਸਟ ਕੁਐਸਚਨ ਹੈ ਜੀ, ਕਿਸ ਵਾਇਸਰਾਏ ਦੇ ਸ਼ਾਸਨ ਕਾਲ ਵਿੱਚ ਪਹਿਲਾ ਫੈਕਟਰੀ ਅਧਿਨਿਯਮ ਪਾਸ ਕੀਤਾ ਗਿਆ ਸੀ। ਤਾਂ ਕਿਹੜਾ ਵਾਇਸਰਾਏ ਸੀ ਜੀ ਜਿਸ ਦੇ ਸ਼ਾਸਨ ਕਾਲ ਵਿੱਚ ਪਹਿਲਾ ਫੈਕਟਰੀ ਅਧਿਨਿਯਮ ਪਾਸ ਕੀਤਾ ਗਿਆ ਸੀ। ਤਾਂ ਏ ਆਪਸ਼ਨ ਹੈ ਜੀ ਲਾਰਡ ਕਰਜ਼ਨ, ਬੀ ਆਪਸ਼ਨ ਹੈ ਲਾਰਡ ਲਿਟਨ, ਸੀ ਆਪਸ਼ਨ ਹੈ ਲਾਰਡ ਰਿਪਨ, ਡੀ ਆਪਸ਼ਨ ਹੈ ਲਾਰਡ ਕੈਨਿੰਗ। ਤਾਂ ਕਿਹੜੇ ਵਾਇਸਰਾਏ ਦੇ ਸ਼ਾਸਨ ਕਾਲ ਵਿੱਚ ਜਿਹੜਾ ਹੈ ਜੀ ਪਹਿਲਾ ਫੈਕਟਰੀ ਅਧਿਨਿਯਮ ਪਾਸ ਕੀਤਾ ਗਿਆ ਸੀ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ ਲਾਰਡ ਰਿਪਨ। ਠੀਕ ਹੈ ਜੀ, ਇਸ ਦਾ ਰਾਈਟ ਆਂਸਰ ਹੋਵੇਗਾ ਸੀ ਆਪਸ਼ਨ ਲਾਰਡ ਰਿਪਨ। ਨੈਕਸਟ ਕੁਐਸਚਨ ਹੈ ਜੀ, ਅਖਿਲ ਭਾਰਤੀ ਵਪਾਰ ਸੰਘ ਕਾਂਗਰਸ ਦਾ ਪਹਿਲਾ ਚੇਅਰਮੈਨ ਕੌਣ ਸੀ।
ਤਾਂ ਅਖਿਲ ਭਾਰਤੀ ਵਪਾਰ ਸੰਘ ਕਾਂਗਰਸ ਦਾ ਪਹਿਲਾ ਚੇਅਰਮੈਨ ਕੌਣ ਸੀ ਜੀ ਇਹਨਾਂ ਵਿੱਚੋਂ? ਤਾਂ ਇਹ ਆਪਸ਼ਨ ਹੈ ਜੀ ਬੀਬੀ ਗਿਰੀ, ਬੀ ਆਪਸ਼ਨ ਹੈ ਲਾਲਾ ਲਾਜਪਤ ਰਾਏ, ਸੀ ਆਪਸ਼ਨ ਹੈ ਐਸ ਏ ਡਾਂਗੇ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕੌਣ ਸੀ ਜੀ ਅਖਿਲ ਭਾਰਤੀ ਵਪਾਰ ਸੰਘ ਕਾਂਗਰਸ ਦਾ ਪਹਿਲਾ ਚੇਅਰਮੈਨ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਲਾਲਾ ਲਾਜਪਤ ਰਾਏ। ਠੀਕ ਹੈ ਜੀ, ਅਖਿਲ ਭਾਰਤੀ ਵਪਾਰ ਸੰਘ ਕਾਂਗਰਸ ਦਾ ਪਹਿਲਾ ਚੇਅਰਮੈਨ ਲਾਲਾ ਲਾਜਪਤ ਰਾਏ ਸਨ। ਨੈਕਸਟ ਕੁਐਸਚਨ ਹੈ ਜੀ, ਖੈਰਵਾਰ ਆਦੀਵਾਸੀ ਅੰਦੋਲਨ ਨਿਮਨਲਿਖਿਤ ਵਿੱਚੋਂ ਕਦੋਂ ਹੋਇਆ ਸੀ? ਤਾਂ ਖੈਰਵਾਰ ਆਦੀਵਾਸੀ ਅੰਦੋਲਨ ਹੋਇਆ ਸੀ, ਜਦੋਂ ਕਦੋਂ ਹੋਇਆ ਸੀ? ਤਾਂ ਇਹ ਆਪਸ਼ਨ ਹੈ ਜੀ 1860 ਈਸਵੀ ਵਿੱਚ, ਬੀ ਆਪਸ਼ਨ ਹੈ 1874 ਈਸਵੀ ਵਿੱਚ, ਸੀ ਆਪਸ਼ਨ ਹੈ 1865 ਈਸਵੀ ਵਿੱਚ, ਡੀ ਆਪਸ਼ਨ ਹੈ 1877 ਈਸਵੀ ਵਿੱਚ। ਤਾਂ ਖੈਰਵਾਰ ਆਦੀਵਾਸੀ ਅੰਦੋਲਨ ਕਦੋਂ ਹੋਇਆ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਬੀ ਆਪਸ਼ਨ 1874 ਈਸਵੀ ਵਿੱਚ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਮੋਪਲਾ ਅੰਦੋਲਨ ਨਿਮਨਲਿਖਿਤ ਵਿੱਚੋਂ ਕਿੱਥੇ ਹੋਇਆ ਸੀ? ਤਾਂ ਜਿਹੜਾ ਮੋਪਲਾ ਅੰਦੋਲਨ ਹੈ ਜੀ ਉਹ ਕਿੱਥੇ ਹੋਇਆ ਸੀ? ਤਾਂ ਇਹ ਆਪਸ਼ਨ ਹੈ ਜੀ ਤੇਲੰਗਾਨਾ, ਬੀ ਆਪਸ਼ਨ ਹੈ ਵਿਦਰਭ, ਸੀ ਆਪਸ਼ਨ ਹੈ ਮਰਾਠਵਾੜਾ, ਡੀ ਆਪਸ਼ਨ ਹੈ ਮਾਲਾਬਾਰ। ਤਾਂ ਮੋਪਲਾ ਅੰਦੋਲਨ ਕਿੱਥੇ ਹੋਇਆ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਡੀ ਆਪਸ਼ਨ ਮਾਲਾਬਾਰ। ਮੋਪਲਾ ਅੰਦੋਲਨ ਜਿਹੜਾ ਹੈ ਜੀ ਉਹ ਮਾਲਾਬਾਰ ਵਿਖੇ ਹੋਇਆ ਸੀ। ਨੈਕਸਟ ਕੁਐਸਚਨ ਹੈ ਜੀ, ਭਾਰਤ ਦਾ ਬਾਦਸ਼ਾਹ ਉਸ ਸਮੇਂ ਕੌਣ ਸੀ ਜਦੋਂ ਬ੍ਰਿਟੇਨ ਦੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ? ਤਾਂ ਭਾਰਤ ਦਾ ਬਾਦਸ਼ਾਹ ਕੌਣ ਸੀ ਜੀ ਜਦੋਂ ਬ੍ਰਿਟੇਨ ਦੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ? ਤਾਂ ਇਹ ਆਪਸ਼ਨ ਹੈ ਜੀ ਜਹਾਂਗੀਰ, ਬੀ ਆਪਸ਼ਨ ਹੈ ਹੁਮਾਯੂ, ਸੀ ਆਪਸ਼ਨ ਹੈ ਅਕਬਰ, ਡੀ ਆਪਸ਼ਨ ਹੈ ਔਰੰਗਜ਼ੇਬ। ਤਾਂ ਕੌਣ ਸੀ ਜੀ ਬਾਦਸ਼ਾਹ ਉਸ ਸਮੇਂ ਜਦੋਂ ਬ੍ਰਿਟੇਨ ਦੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ ਅਕਬਰ। ਠੀਕ ਹੈ ਜੀ, ਭਾਰਤ ਦਾ ਬਾਦਸ਼ਾਹ ਅਕਬਰ ਸੀ ਜਦੋਂ ਬ੍ਰਿਟੇਨ ਦੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ। ਨੈਕਸਟ ਕੁਐਸਚਨ ਹੈ ਜੀ, ਨਿਮਨਲਿਖਿਤ ਯੂਰੋਪੀਅਨ ਵਿੱਚੋਂ ਕਿਹੜਾ ਇੱਕ ਸੁਤੰਤਰਤਾ ਪੂਰਵ ਭਾਰਤ ਵਿੱਚ ਵਪਾਰੀ ਦੇ ਰੂਪ ਵਿੱਚ ਸਭ ਤੋਂ ਅੰਤ ਵਿੱਚ ਆਏ? ਤਾਂ ਕੌਣ ਸੀ ਜੀ ਉਹ ਜਿਹੜੇ ਕਿ ਇੱਕ ਸੁਤੰਤਰ ਪੂਰਵ ਭਾਰਤ ਵਿੱਚ ਵਪਾਰੀ ਦੇ ਰੂਪ ਵਿੱਚ ਆਏ ਸੀ ਤੇ ਸਭ ਤੋਂ ਅੰਤ ਵਿੱਚ ਆਏ ਸੀ? ਤਾਂ ਇਹ ਆਪਸ਼ਨ ਹੈ ਜੀ ਡੱਚ, ਬੀ ਆਪਸ਼ਨ ਹੈ ਪੁਰਤਗਾਲੀ, ਸੀ ਆਪਸ਼ਨ ਹੈ ਫਰਾਂਸੀਸੀ, ਡੀ ਆਪਸ਼ਨ ਹੈ ਬ੍ਰਿਟਿਸ਼। ਤਾਂ ਕੌਣ ਸੀ ਜੀ ਇਹਨਾਂ ਵਿੱਚੋਂ ਕਿਹੜਾ ਯੂਰੋਪੀਅਨ ਸੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ ਫਰਾਂਸੀਸੀ। ਠੀਕ ਹੈ ਜੀ, ਫਰਾਂਸੀਸੀ ਜਿਹੜੇ ਸਨ ਜੀ ਉਹ ਭਾਰਤ ਵਿੱਚ ਵਪਾਰੀ ਦੇ ਰੂਪ ਵਿੱਚ ਸਭ ਤੋਂ ਅੰਤ ਵਿੱਚ ਆਏ ਸਨ। ਨੈਕਸਟ ਕੁਐਸਚਨ ਹੈ ਜੀ, ਸਿੰਧੂ ਸਭਿਅਤਾ ਦੇ ਘਰ ਨਿਮਨਲਿਖਿਤ ਵਿੱਚੋਂ ਕਿਸ ਨਾਲ ਬਣਾਏ ਜਾਂਦੇ ਸਨ? ਸਿੰਧੂ ਸਭਿਅਤਾ ਦੇ ਜਿਹੜੇ ਘਰ ਸੀ ਜੀ ਉਹ ਕਿਸ ਚੀਜ਼ ਨਾਲ ਬਣਾਏ ਜਾਂਦੇ ਸਨ? ਤਾਂ ਇਹ ਆਪਸ਼ਨ ਹੈ ਜੀ ਇੱਟਾਂ ਨਾਲ, ਬੀ ਆਪਸ਼ਨ ਹੈ ਲੱਕੜੀ ਨਾਲ, ਸੀ ਆਪਸ਼ਨ ਹੈ ਪੱਥਰ ਨਾਲ, ਡੀ ਆਪਸ਼ਨ ਹੈ ਬਾਂਸ ਨਾਲ। ਤਾਂ ਸਿੰਧੂ ਸਭਿਅਤਾ ਦੇ ਘਰ ਕਿਸ ਨਾਲ ਬਣਾਏ ਜਾਂਦੇ ਸਨ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਏ ਆਪਸ਼ਨ ਇੱਟਾਂ ਨਾਲ। ਠੀਕ ਹੈ ਜੀ, ਸਿੰਧੂ ਸਭਿਅਤਾ ਦੇ ਘਰ ਇੱਟਾਂ ਨਾਲ ਬਣਾਏ ਜਾਂਦੇ ਸਨ। ਨੈਕਸਟ ਕੁਐਸਚਨ ਹੈ ਜੀ, ਹੜੱਪਾ ਸਭਿਅਤਾ ਦੀ ਖੋਜ ਕਿਹੜੇ ਸਾਲ ਹੋਈ ਸੀ? ਤਾਂ ਹੜੱਪਾ ਸਭਿਅਤਾ ਦੀ ਖੋਜ ਜਿਹੜੀ ਹੈ ਜੀ ਉਹ ਕਿਹੜੇ ਸਾਲ ਹੋਈ ਸੀ? ਤਾਂ ਇਹ ਆਪਸ਼ਨ ਹੈ ਜੀ 1935 ਵਿੱਚ, ਬੀ ਆਪਸ਼ਨ ਹੈ 1942 ਵਿੱਚ, ਸੀ ਆਪਸ਼ਨ ਹੈ 1901 ਵਿੱਚ, ਡੀ ਆਪਸ਼ਨ ਹੈ 1921 ਵਿੱਚ। ਤਾਂ ਹੜੱਪਾ ਸਭਿਅਤਾ ਦੀ ਖੋਜ ਕਿਹੜੇ ਸਾਲ ਹੋਈ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਡੀ ਆਪਸ਼ਨ 1921 ਵਿੱਚ। ਹੜੱਪਾ ਸਭਿਅਤਾ ਦੀ ਖੋਜ 1921 ਵਿੱਚ ਹੋਈ ਸੀ। ਨੈਕਸਟ ਕੁਐਸਚਨ ਹੈ ਜੀ, ਨਿਮਨਲਿਖਿਤ ਵਿੱਚੋਂ ਕਿਸ ਪਦਾਰਥ ਦਾ ਪ੍ਰਯੋਗ ਹੜੱਪਾ ਕਾਲ ਦੀ ਮੁਦਰਾਵਾਂ ਦੇ ਨਿਰਮਾਣ ਵਿੱਚ ਮੁੱਖ ਰੂਪ ਨਾਲ ਕੀਤਾ ਗਿਆ ਸੀ? ਤਾਂ ਕਿਹੜਾ ਪਦਾਰਥ ਸੀ ਜੀ ਉਹ ਜਿਸ ਦਾ ਪ੍ਰਯੋਗ ਹੜੱਪਾ ਕਾਲ ਦੀ ਜਿਹੜੀ ਮੁਦਰਾਵਾਂ ਨੇ ਜੀ ਉਹਨਾਂ ਦੇ ਨਿਰਮਾਣ ਵਿੱਚ ਮੁੱਖ ਰੂਪ ਨਾਲ ਕੀਤਾ ਗਿਆ ਸੀ? ਤਾਂ ਇਹ ਆਪਸ਼ਨ ਹੈ ਜੀ ਟੇਰਾਕੋਟਾ, ਬੀ ਆਪਸ਼ਨ ਹੈ ਲੋਹਾ, ਸੀ ਆਪਸ਼ਨ ਹੈ ਤਾਂਬਾ, ਡੀ ਆਪਸ਼ਨ ਹੈ ਕਾਂਸੀ। ਤਾਂ ਕਿਹੜੇ ਪਦਾਰਥ ਦਾ ਪ੍ਰਯੋਗ ਕੀਤਾ ਗਿਆ ਸੀ ਜੀ ਹੜੱਪਾ ਕਾਲ ਦੀ ਮੁਦਰਾਵਾਂ ਦੇ ਨਿਰਮਾਣ ਵਿੱਚ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ
ए ऑप्शन टेराकोटा। ठीक है जी, टेराकोटा का जो प्रयोग है जी वो हड़प्पा काल की मुद्राओं के निर्माण ਵਿੱਚ ਮੁੱਖ रूप ਨਾਲ ਕੀਤਾ ਗਿਆ ਸੀ। ठीक है जी। ਤਾਂ फ्रेंड्स ਇਹ ਇੰਪੋਰਟੈਂਟ ਕੁਐਸਚਨ ਸੀ ਜੀ ਹਿਸਟਰੀ ਦੇ, ਜਿਹੜੇ ਕਿ ਐਸਐਸਟੀ ਦੇ ਮਾਸਟਰ ਕੈਡਰ ਐਗਜ਼ਾਮ ਦੇ ਵਿੱਚ ਆ ਸਕਦੇ ਨੇ, ਪੁੱਛੇ ਜਾ ਸਕਦੇ ਨੇ। ਬਹੁਤ ਇੰਪੋਰਟੈਂਟ ਕੁਐਸਚਨ ਨੇ, ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ। ਤੇ ਇਸ ਤੋਂ ਇਲਾਵਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੈ, ਤੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਜੀ ਤੁਹਾਨੂੰ ਮਿਲਦਾ ਰਹੇ, ਰੈਗੂਲਰ ਮਿਲਦਾ ਰਹੇ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜੇਕਰ ਕੋਈ ਕੁਐਰੀ ਹੈ ਜਾਂ ਕੋਈ ਕੁਐਸਚਨ ਹੈ ਤੁਹਾਡੇ ਦਿਮਾਗ ਵਿੱਚ, ਤੁਸੀਂ ਮੈਨੂੰ ਪੁੱਛ ਸਕਦੇ ਹੋ। ਮੈਂ ਤੁਹਾਨੂੰ ਕਮੈਂਟ ਵਿੱਚ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ। ਠੀਕ ਹੈ ਜੀ। ਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਕੁਝ ਹੋਰ ਇੰਪੋਰਟੈਂਟ ਕੁਐਸਚਨ ਦੇ ਨਾਲ। ਉਦੋਂ ਤੱਕ ਲਈ ਥੈਂਕ ਯੂ।